पंजाब देख रहे सारे दर्शकों ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਮੈਂ ਹਰਸਿਮਰਤ ਕੌਰ ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਬੁਲੇਟਿਨ ਦੀ। ਪਰ ਸਭ ਤੋਂ ਪਹਿਲਾਂ ਰੁਕ ਕਰਾਂਗੇ ਹੈਡਲਾਈਨਸ ਦਾ। ਰਿਸੈਸ਼ਨ ਨੂੰ ਲੈ ਕੇ ਟਰੂਡੋ ਦੀ ਵੱਡੀ ਚੇਤਾਵਨੀ, ਕਿਹਾ 2023 ਇੱਕ ਔਖਾ ਸਾਲ ਹੋ ਸਕਦਾ ਹੈ। 2023 ਹੋਵੇਗਾ ਇੱਕ ਮਹਿੰਗਾ ਸਾਲ, ਤੇਲ ਅਤੇ ਗੈਸ ਦੇ ਹੋਣਗੇ ਅਸਮਾਨੀ ਰੇਟ। ਆਰਸੀਐਮਪੀ ਵੱਲੋਂ 2 ਅਪਰਾਧੀਆਂ ਦੀ ਭਾਲ ਜਾਰੀ, ਜਨਤਕ ਚੇਤਾਵਨੀ ਕੀਤੀ ਲਾਗੂ। ਟਰੱਕ ਅਤੇ ਬੱਸ ਡਰਾਈਵਰਾਂ ਲਈ ਇੱਕ ਵੱਡੀ ਅਪਡੇਟ, ਵਾਹਨਾਂ ਵਿੱਚ ਹੋਣਾ ਚਾਹੀਦਾ ਹੈ ਇਲੈਕਟ੍ਰੋਨਿਕ ਲੌਗਿੰਗ ਯੰਤਰ। ਕੈਨੇਡਾ ਦੇ ਵਿੱਚ 2023 ਦੇ ਨਵੇਂ ਕਾਨੂੰਨ ਅਤੇ ਨਿਯਮ ਆਏ ਸਾਹਮਣੇ। ਆਉਣ ਵਾਲੇ ਸਾਲ ਵਿੱਚ ਦੇਖਣ ਨੂੰ ਮਿਲਣਗੇ ਕਈ ਵੱਖਰੇ ਬਦਲਾਅ ਤੇ ਨਵੇਂ ਸਾਲ ਵਿੱਚ ਹੁਣ ਕਈ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਦੀ ਲਿਸਟ ਸਾਹਮਣੇ ਆਈ ਹੈ। ਜਿੱਥੇ ਕਈ ਪਾਸੇ ਹਾਊਸਿੰਗ ਤੋਂ ਰਿਲੇਟਡ ਅਪਡੇਟਸ ਆਏ ਨੇ, ਉੱਥੇ ਹੀ ਇਮੀਗ੍ਰੇਸ਼ਨ ਦੀ ਵੀ तमाम ਹਾਈਲਾਈਟਸ ਤੁਹਾਨੂੰ ਦਿਖਾਵਾਂਗੇ ਇਸ ਰਿਪੋਰਟ ਵਿੱਚ। ਕੁਝ ਪ੍ਰਾਂਤਾਂ ਵਿੱਚ ਮਿਨੀਮਮ ਵੇਜ ਵਾਧੇ ਤੋਂ ਲੈ ਕੇ ਵਿਦੇਸ਼ੀ ਜਾਇਦਾਦ ਖਰੀਦਦਾਰਾਂ ਉੱਤੇ ਕੈਨੇਡਾ ਦੀ ਪਾਬੰਦੀ ਤੱਕ ਨਵਾਂ ਸਾਲ ਕਈ ਨਵੇਂ ਨਿਯਮਾਂ ਅਤੇ ਕਾਨੂੰਨਾਂ ਦੀ ਸ਼ੁਰੂਆਤ ਕਰੇਗਾ। 2023 ਵਿੱਚ ਲਾਗੂ ਹੋਣ ਵਾਲੀਆਂ ਤਬਦੀਲੀਆਂ ਵਿੱਚ ਕੈਨੇਡੀਅਨ ਕਾਮਿਆਂ ਲਈ ਵੱਧ ਤਨਖਾਹ ਵਿੱਚ ਕਟੌਤੀਆਂ, 3 ਅਟਲਾਂਟਿਕ ਪ੍ਰਾਂਤਾਂ ਵਿੱਚ ਫੈਡਰਲ ਕਾਰਬਨ ਕੀਮਤ ਦੀ ਸ਼ੁਰੂਆਤ ਅਤੇ ਓਨਟਾਰੀਓ ਵਿੱਚ ਫਾਰਮਾਸਿਸਟਾਂ ਲਈ ਨਵੀਆਂ ਦਵਾਈਆਂ ਨਿਰਧਾਰਤ ਸ਼ਕਤੀਆਂ ਵੀ ਸ਼ਾਮਿਲ ਹਨ। ਕੈਨੇਡਾ ਪੈਨਸ਼ਨ ਪਲਾਨ ਯਾਨੀ ਕਿ CPP ਯੋਗਦਾਨ ਅਤੇ ਰੁਜ਼ਗਾਰ ਬੀਮਾ EI ਪ੍ਰੀਮੀਅਮ 2023 ਵਿੱਚ ਵਧ ਰਹੇ ਹਨ, ਜਿਸ ਕਰਕੇ ਕਾਮਿਆਂ ਲਈ ਤਨਖਾਹ ਘੱਟ ਹੋ ਸਕਦੀ ਹੈ। ਕੈਨੇਡਾ ਰੈਵਨਿਊ ਏਜੰਸੀ ਨੇ ਨਵੰਬਰ ਵਿੱਚ ਘੋਸ਼ਣਾ ਕੀਤੀ ਕਿ ਕਰਮਚਾਰੀ ਅਤੇ ਰੁਜ਼ਗਾਰਦਾਤਾ CPP ਯੋਗਦਾਨ ਦਰਾਂ 2022 ਵਿੱਚ 5.70% ਤੋਂ ਵੱਧ ਕੇ 2023 ਵਿੱਚ 5.95% ਹੋ ਜਾਣਗੀਆਂ। ਇਸ ਦਾ ਮਤਲਬ ਹੈ ਕਿ 2023 ਲਈ CPP ਯੋਜਨਾ ਵਿੱਚ ਵੱਧ ਤੋਂ ਵੱਧ ਕਰਮਚਾਰੀ ਦਾ ਯੋਗਦਾਨ $3,754 ਹੋਵੇਗਾ, ਜੋ ਕਿ 2022 ਵਿੱਚ $3,499 ਤੋਂ ਵੱਧ ਹੈ। ਇੱਕ ਵੱਖਰੇ ਨੋਟਿਸ ਵਿੱਚ ਫੈਡਰਲ ਸਰਕਾਰ ਨੇ ਕਿਹਾ ਕਿ ਰੁਜ਼ਗਾਰ ਬੀਮਾ ਦਰਾਂ ਵਿੱਚ ਤਬਦੀਲੀਆਂ ਦੇ ਨਤੀਜੇ ਵਜੋਂ ਕਰਮਚਾਰੀਆਂ ਨੂੰ $1,002 ਦੇ ਵੱਧ ਤੋਂ ਵੱਧ ਸਾਲਾਨਾ EI ਪ੍ਰੀਮੀਅਮ ਦਾ ਭੁਗਤਾਨ ਕਰ ਸਕਣਗੇ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਦਾ ਕਹਿਣਾ ਹੈ ਕਿ CPP ਅਤੇ EI ਯੋਗਦਾਨ ਵਧਣ ਦਾ ਮਤਲਬ ਹੈ ਕਿ ਹਰ ਕੈਨੇਡੀਅਨ ਵਰਕਰ ਅਗਲੇ ਸਾਲ ਕਰ ਲੈਣ ਦੇਣ ਦੀ ਸਾਲਾਨਾ ਆਮਦਨ ਵਿੱਚ $305 ਤੱਕ ਘੱਟ ਦੇਖੇਗਾ। ਵਿਦੇਸ਼ੀ ਘਰੇਲੂ ਖਰੀਦਦਾਰਾਂ ਉੱਤੇ 2 ਸਾਲਾਂ ਦੀ ਪਾਬੰਦੀ ਲਗਾਈ ਗਈ ਹੈ। ਜੀ ਹਾਂ, ਅੱਜ ਯਾਨੀ 1 ਜਨਵਰੀ 2023 ਤੋਂ ਵਿਦੇਸ਼ੀ ਵਪਾਰਕ ਅਤੇ ਲੋਕਾਂ ਨੂੰ 2 ਸਾਲਾਂ ਲਈ ਕੈਨੇਡਾ ਵਿੱਚ ਰਿਹਾਇਸ਼ੀ ਜਾਇਦਾਦ ਖਰੀਦਣ ਦੀ ਮਨਾਹੀ ਹੋਵੇਗੀ। ਹਾਊਸਿੰਗ ਦੀ ਘਾਟ ਅਤੇ ਕਿਫਾਇਤੀ ਮੁੱਦਿਆਂ ਨੂੰ ਹੱਲ ਕਰਨ ਦੀ ਕੋਸ਼ਿਸ਼ ਵਿੱਚ ਸੰਸਦ ਨੇ ਪਿਛਲੀ ਗਰਮੀਆਂ ਵਿੱਚ ਪਾਬੰਦੀ ਨੂੰ ਮਨਜ਼ੂਰੀ ਦਿੱਤੀ ਸੀ, ਪਰ ਬਹੁਤ ਸਾਰੇ ਲੋਕਾਂ ਨੂੰ ਨਵੇਂ ਨਿਯਮ ਤੋਂ ਛੋਟ ਦਿੱਤੀ ਜਾਵੇਗੀ, ਜਿਨ੍ਹਾਂ ਵਿੱਚ ਅਸਥਾਈ ਵਰਕਰ ਪਰਮਿਟ, ਰਿਫਿਊਜੀਜ਼ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਿਲ ਹਨ, ਜੋ ਕੁਝ ਪਾਬੰਦੀਆਂ ਨੂੰ ਪੂਰਾ ਕਰ ਸਕਦੇ ਹਨ। ਉੱਥੇ ਹੀ ਬ੍ਰਿਟਿਸ਼ ਕੋਲੰਬੀਆ ਵਿੱਚ ਸਰਕਾਰ ਨੇ ਕਿਹਾ ਹੈ ਕਿ 3 ਜਨਵਰੀ 2023 ਤੋਂ ਘਰ ਖਰੀਦਦਾਰਾਂ ਨੂੰ ਵਿੱਤ ਸੁਰੱਖਿਅਤ ਕਰਨ ਅਤੇ ਘਰ ਦੇ ਨਿਰੀਖਣ ਦਾ ਪ੍ਰਬੰਧ ਕਰਨ ਦਾ ਮੌਕਾ ਦੇਣ ਲਈ ਰੀਅਲ ਅਸਟੇਟ ਦੀ ਖਰੀਦ ਲਈ 3 ਦਿਨਾਂ ਦੀ ਲਾਜ਼ਮੀ ਖਪਤਕਾਰ ਸੁਰੱਖਿਆ ਮਿਆਦ ਹੋਵੇਗੀ। ਨਵੇਂ ਸਾਲ ਦੀ ਸ਼ਾਮ ਨੂੰ BC ਟ੍ਰਾਂਜ਼ਿਟ ਵੱਲੋਂ ਪਬਲਿਕ ਨੂੰ ਮੁਫਤ ਸੇਵਾਵਾਂ ਦਿੱਤੀਆਂ ਗਈਆਂ ਸਨ, ਜਿੱਥੇ ਸ਼ਾਮੀ 5 ਵਜੇ ਤੋਂ ਲੈ ਕੇ ਅੱਜ ਸਵੇਰ 5 ਵਜੇ ਤੱਕ ਟ੍ਰਾਂਜ਼ਿਟਸ ਦੀ ਯਾਤਰਾ ਮੁਫਤ ਕਰਵਾਈਆਂ ਗਈਆਂ ਸਨ। ਲੋਕਾਂ ਨੂੰ ਸੇਫਲੀ ਅਤੇ ਟਾਈਮ ਸਿਰ ਘਰ ਪਹੁੰਚਾਉਣ ਲਈ ਇਹ ਨਿਊ ਈਅਰਸ ਈਵ 'ਚ ਲਾਗੂ ਕੀਤਾ ਜਾਂਦਾ ਹੈ। ਨਵਾਂ ਸਾਲ ਸਾਰਿਆਂ ਲਈ ਇੱਕ ਬਹੁਤ ਸ਼ਾਨਦਾਰ ਸਮਾਂ ਰਿਹਾ ਹੈ ਅਤੇ ਇਸ ਦਾ ਸਭ ਤੋਂ ਵੱਧ ਕਾਰਨ ਟ੍ਰਾਂਜ਼ਿਟ ਸੇਵਾਵਾਂ ਸਨ। BC ਵਿੱਚ ਬੱਸਾਂ ਅਤੇ ਜਨਤਕ ਆਵਾਜਾਈ ਦੀ ਪੇਸ਼ਕਸ਼ ਪਿਛਲੇ ਦਿਨੀ ਮੁਫਤ ਕੀਤੀ ਜਾ ਰਹੀ ਸੀ। ਬੀਤੀ ਰਾਤ ਸਾਰੀ ਟ੍ਰਾਂਜ਼ਿਟਸ BC ਦੇ ਲੋਕਾਂ ਲਈ ਸੁਰੱਖਿਅਤ ਯਾਤਰਾ ਕਰਨ ਅਤੇ ਘਰ ਪਹੁੰਚਣ ਲਈ ਮੁਫਤ ਕੀਤੀਆਂ ਗਈਆਂ ਸਨ। ਇਹਨਾਂ ਵੱਲੋਂ ਇੱਦਾਂ ਇਸ ਲਈ ਕੀਤਾ ਗਿਆ ਕਿਉਂਕਿ ਅਲਕੋਹਲ ਜਾਂ ਨਸ਼ਾ ਦੁਰਘਟਨਾਵਾਂ ਦਾ ਤੀਜਾ ਪ੍ਰਮੁੱਖ ਕਾਰਨ ਹੈ। ਬਾਰਜ਼, ਰੈਸਟੋਰੈਂਟਸ ਜਾਂ ਕਲੱਬਸ ਉੱਤੇ ਸਮਰੱਥਾ ਦੀਆਂ ਪਾਬੰਦੀਆਂ ਦੀ ਉਮੀਦਾਂ ਕੀਤੇ ਬਿਨਾਂ ਕਮਜ਼ੋਰ ਡਰਾਈਵਰਾਂ ਦੀ ਨਿਗਰਾਨੀ ਕਰਦੇ ਹੋਏ ਸ਼ਨੀਵਾਰ ਸ਼ਾਮ ਨੂੰ ਪੁਲਿਸ ਨੂੰ ਸਹੀ ਢੰਗ ਨਾਲ ਮਜਬੂਰ ਕੀਤਾ ਗਿਆ ਸੀ। ਮੈਟਰੋ ਵੈਂਕੂਵਰ ਦੀ ਟ੍ਰਾਂਜ਼ਿਟ ਅਥਾਰਟੀ ਨੇ ਸ਼ਾਮੀ 5 ਵਜੇ ਤੋਂ ਸਾਰੇ ਰੂਟਾਂ ਉੱਤੇ ਮੁਫਤ ਸੇਵਾਵਾਂ ਦੀ ਪੇਸ਼ਕਸ਼ ਕੀਤੀ ਸੀ, ਅੱਜ ਸਵੇਰੇ 5 ਵਜੇ ਤੱਕ। ਮੈਟਰੋ ਵੈਂਕੂਵਰ ਵਿੱਚ ਰਾਤ ਭਰ ਵਾਧੂ ਬੱਸ ਸੇਵਾਵਾਂ ਚਲਾਈਆਂ ਗਈਆਂ ਸਨ। ਸਕਾਈ ਟ੍ਰੇਨਸ ਵੀ ਆਮ ਨਾਲੋਂ 1 ਘੰਟਾ ਐਕਸਟਰਾ ਐਕਟਿਵ ਸੀ ਅਤੇ ਸੀ ਬੱਸ ਵੀ ਵਿਸਤ੍ਰਿਤ ਘੰਟਿਆਂ ਦੇ ਨਾਲ ਨਿਯੁਕਤ ਕੀਤੀਆਂ ਗਈਆਂ ਸਨ। ਪਾਰਟੀ ਵਿੱਚ ਜਾਣ ਵਾਲੀਆਂ
ਦੀ ਮਦਦ ਕਰਨ ਅਤੇ ਅਨੁਮਾਨਿਤ ਭੀੜ ਦੀ ਨਿਗਰਾਨੀ ਕਰਨ ਲਈ ਕੁਝ ਵਾਧੂ ਪੁਲਿਸ ਅਧਿਕਾਰੀ ਅਤੇ ਟ੍ਰਾਂਸਲਿੰਗ ਸਟਾਫ ਰਾਤ ਭਰ ਕੰਮ ਕਰਦੇ ਰਹੇ ਸੀ। ਟ੍ਰਾਂਜ਼ਿਟ ਦੇ ਬੁਲਾਰੇ ਨੇ ਕਿਹਾ ਕਿ ਇਹ ਛੁੱਟੀਆਂ ਦੀ ਪਰੰਪਰਾ ਹੈ ਜੋ ਉਹ ਕਈ ਸਾਲਾਂ ਤੋਂ ਨਿਭਾਉਂਦੇ ਆ ਰਹੇ ਨੇ। ਇਹ ਉਹਨਾਂ ਗ੍ਰਾਹਕਾਂ ਲਈ ਹੈ ਜੋ ਵਾਪਸ ਆਪਣੇ ਘਰ ਸੇਫਲੀ ਪਹੁੰਚਣਾ ਚਾਹੁੰਦੇ ਨੇ। ਟਰੂਡੋ ਵੱਲੋਂ ਸਾਰਿਆਂ ਨੂੰ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ 2023 ਦਾ ਇਹ ਸਾਲ ਮੁਸ਼ਕਿਲਾਂ ਅਤੇ ਚੁਣੌਤੀਆਂ ਭਰਾ ਹੋ ਸਕਦਾ ਹੈ। ਰਿਸੈਸ਼ਨ ਦਾ ਗਹਿਰਾ ਅਸਰ ਜਿਹੜਾ ਹੈ ਉਹ ਇਸ ਸਾਲ ਵਿੱਚ ਦੇਖਣ ਨੂੰ ਮਿਲੇਗਾ। ਰਿਸੈਸ਼ਨ ਦੀ ਚਰਚਾ ਪਿਛਲੇ ਕਈ ਸਮੇਂ ਤੋਂ ਚੱਲਦੀ ਆ ਰਹੀ ਹੈ ਤੇ ਹੁਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕੈਨੇਡੀਅਨਸ ਲਈ ਚੇਤਾਵਨੀ ਦਿੱਤੀ ਹੈ ਕਿ ਅਗਲਾ ਸਾਲ ਮੁਸ਼ਕਿਲ ਭਰਾ ਹੋ ਸਕਦਾ ਹੈ। ਜਾਣਕਾਰੀ ਦੇ ਅਨੁਸਾਰ ਇਸ ਮਹੀਨੇ ਦੇ ਸ਼ੁਰੂਆਤ ਵਿੱਚ ਜਾਰੀ ਕੀਤੇ ਗਏ ਇੱਕ ਅੰਤਰਰਾਸ਼ਟਰੀ ਮੁਦਰਾ ਫੰਡ ਯਾਨੀ IMF ਦੇ ਮੁਲਾਂਕਣ ਵਿੱਚ ਗਲੋਬਲ ਵਿੱਤੀ ਏਜੰਸੀ ਨੇ ਚੇਤਾਵਨੀ ਦਿੱਤੀ ਸੀ ਕਿ ਕੈਨੇਡਾ ਆਪਣੇ G7 ਕਾਊਂਟਰਪਾਰਟਸ ਨੂੰ ਪਛਾੜਨ ਦੇ ਬਾਵਜੂਦ ਹਲਕੀ ਮੰਦੀ ਵਿੱਚ ਫਸਣ ਦੇ ਜੋਖਮ ਵਿੱਚ ਹੈ। ਇਹ ਚੇਤਾਵਨੀ ਸਾਲਾਂ ਦੀ ਗਲੋਬਲ ਇਕਨੋਮੀ ਦੇ ਉਥਲ-ਪੁਥਲ ਤੋਂ ਬਾਅਦ ਆਈ ਹੈ, ਜਿਹਦੇ ਵਿੱਚ ਕਈ ਟਕਰਾਉਣ ਵਾਲੇ ਕਾਰਕਾਂ ਦਾ ਨਤੀਜਾ COVID-19 ਦੀ ਮਹਾਮਾਰੀ ਅਤੇ ਸਪਲਾਈ ਚੇਨ ਦੀ ਹਫੜਾ-ਦਫੜੀ ਤੇ ਯੂਕਰੇਨ ਵਿੱਚ ਰੂਸ ਦੀ ਜੰਗ ਵੀ ਸ਼ਾਮਿਲ ਹੈ। ਟਰੂਡੋ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਉਹ ਜਾਣਦੇ ਨੇ ਕਿ ਕਈ ਕੈਨੇਡੀਅਨਸ ਨੂੰ ਮਹਿੰਗਾਈ, ਭੋਜਨ ਦੀਆਂ ਕੀਮਤਾਂ, ਊਰਜਾ ਦੀਆਂ ਕੀਮਤਾਂ ਸਮੇਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਰਕੇ ਉਹਨਾਂ ਨੇ ਕਿਹਾ ਕਿ 2023 ਹੋਰ ਵੀ ਚੁਣੌਤੀਆਂ ਭਰਾ ਹੋ ਸਕਦਾ ਹੈ। 2022 ਵਿੱਚ CRS ਸਕੋਰਸ ਵਿੱਚ ਕਾਫੀ ਉਤਾਰ ਚੜਾਅ ਦੇਖਿਆ ਗਿਆ ਸੀ, ਜਿਸ ਕਰਕੇ ਕਈ ਫਾਈਲਸ ਬੈਕਲੌਗ ਵਿੱਚ ਚਲੀ ਗਈਆਂ ਸਨ ਤੇ ਹੁਣ IRCC ਵੱਲੋਂ ਤਾਜ਼ਾ ਅਪਡੇਟ ਦੇ ਅਨੁਸਾਰ 2023 ਵਿੱਚ ਐਕਸਪ੍ਰੈਸ ਐਂਟਰੀ ਲਈ ITS ਦੀ ਗਿਣਤੀ ਵੱਧ ਸਕਦੀ ਹੈ ਅਤੇ IRCC ਦਾ ਉਦੇਸ਼ ਹੈ ਕਿ ਮਾਰਚ 2023 ਤੋਂ ਪਹਿਲਾਂ ਉਹ ਬੈਕਲੌਗਸ ਨੂੰ ਕਲੀਅਰ ਕਰਨ ਦੀ ਤਿਆਰੀ ਸ਼ੁਰੂ ਕਰ ਦੇਣਗੇ। ਕੈਨੇਡਾ ਦੇ ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਲਈ ਪਿਛਲਾ ਸਾਲ ਵਿਲੱਖਣ ਰਿਹਾ ਹੈ। ਦਸੰਬਰ 2020 ਵਿੱਚ ਸ਼ੁਰੂ ਹੋਏ 18 ਮਹੀਨੇ ਦੇ ਵਿਰਾਮ ਤੋਂ ਬਾਅਦ ਆਲ ਪ੍ਰੋਗਰਾਮ ਡਰਾਅ ਦੀ ਮੁੜ ਸ਼ੁਰੂਆਤ ਨੇ IRCC ਨੂੰ ਐਕਸਪ੍ਰੈਸ ਐਂਟਰੀ ਸਦੀਆਂ ਦੀ ਪ੍ਰੀ ਮਹਾਮਾਰੀ ਟੀਚਿਆਂ ਵੱਲ ਕੰਮ ਕਰਨ ਦੀ ਇਜਾਜ਼ਤ ਦਿੱਤੀ ਹੈ। ਸਾਲ ਭਰ ਤੋਂ ਵਿਭਾਗ ਅਰਜ਼ੀਆਂ ਦੀ ਬੈਕਲੌਗ ਨੂੰ ਕਲੀਅਰ ਕਰਨ ਅਤੇ ਆਉਣ ਵਾਲੇ ਸਾਲਾਂ ਲਈ ਇਮੀਗ੍ਰੇਸ਼ਨ ਟੀਚਿਆਂ ਨੂੰ ਵਧਾਉਣ ਲਈ ਕੰਮ ਕਰ ਰਿਹਾ ਹੈ। ਐਕਸਪ੍ਰੈਸ ਐਂਟਰੀ ਐਪਲੀਕੇਸ਼ਨ ਮੈਨੇਜਮੈਂਟ ਸਿਸਟਮ ਹੁਨਰਮੰਦ ਕਾਮਿਆਂ ਜਾਂ ਆਰਥਿਕ ਸ਼੍ਰੇਣੀ ਦੇ ਪ੍ਰਵਾਸੀਆਂ ਲਈ ਅਰਜ਼ੀਆਂ ਦਾ ਪ੍ਰਬੰਧ ਕਰਦਾ ਹੈ ਜੋ ਫੈਡਰਲ ਹਾਈ ਸਕਿਲਡ ਇਮੀਗ੍ਰੇਸ਼ਨ ਪ੍ਰੋਗਰਾਮ ਰਾਹੀਂ ਕੈਨੇਡਾ ਆਉਣਾ ਚਾਹੁੰਦੇ ਹਨ। ਜਾਣਕਾਰੀ ਦੇ ਅਨੁਸਾਰ ਜੇਕਰ ਕੋਈ ਉਮੀਦਵਾਰ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਮਾਪਦੰਡਾਂ ਨੂੰ ਪੂਰਾ ਕਰਦਾ ਹੈ ਤਾਂ ਉਹ ਲੋੜੀਂਦਾ ਸਹਾਇਕ ਦਸਤਾਵੇਜ਼ ਇਕੱਠੇ ਕਰ ਸਕਦੇ ਹਨ ਅਤੇ IRCC ਦੀ ਵੈਬਸਾਈਟ ਉੱਤੇ ਇੱਕ ਪ੍ਰੋਫਾਈਲ ਅਪਲੋਡ ਕਰ ਸਕਦੇ ਹਨ। ਫਿਰ ਉਹਨਾਂ ਨੂੰ ਇੱਕ ਵਿਆਪਕ ਰੈਂਕਿੰਗ ਸਿਸਟਮ ਯਾਨੀ CRS ਸਕੋਰ ਦਿੱਤਾ ਜਾਵੇਗਾ, ਜਿਸ ਦੀ ਵਰਤੋਂ ਐਪਲੀਕੇਸ਼ਨ ਪੂਲ ਵਿੱਚ ਸਾਰੇ ਉਮੀਦਵਾਰ ਨੂੰ ਦੂਜੇ ਦੇ ਵਿਰੁੱਧ ਦਰਜਾ ਦੇਣ ਲਈ ਕੀਤੀ ਜਾਂਦੀ ਹੈ। ਸਭ ਤੋਂ ਵੱਧ ਸਕੋਰ ਵਾਲੇ ਲੋਕਾਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਯਾਨੀ ITA ਪ੍ਰਾਪਤ ਹੋਣ ਦੀ ਜ਼ਿਆਦਾ ਸੰਭਾਵਨਾ ਹੁੰਦੀ ਹੈ। ਮੰਤਰੀ ਵੱਲੋਂ ਇਹ ਵੀ ਕਿਹਾ ਗਿਆ ਹੈ ਕਿ ਭਾਵੇਂ ਐਕਸਪ੍ਰੈਸ ਐਂਟਰੀ ਪਹਿਲਾਂ ਹੀ ਕੈਨੇਡਾ ਨੂੰ ਮੁਕਾਬਲੇ ਦਾ ਫਾਇਦਾ ਦਿੰਦੀ ਹੈ, ਪਰ ਸੁਧਾਰ ਲਈ ਗੁੰਜਾਇਸ਼ ਹਲੇ ਵੀ ਜਾਰੀ ਹੈ। IRCC ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ 2023 ਵਿੱਚ ਖਾਸ ਕਿੱਤਿਆਂ ਨੂੰ ਨਿਸ਼ਾਨਾ ਬਣਾ ਕੇ ਡਰਾਅ ਆਯੋਜਿਤ ਕਰਨਾ ਸ਼ੁਰੂ ਕਰ ਦੇਣਗੇ। ਗੈਸ ਅਤੇ ਤੇਲ ਦੇ ਪ੍ਰਾਈਸਿਸ 2022 ਵਿੱਚ ਕਾਫੀ ਵਿਗੜਦੇ ਹੋਏ ਨਜ਼ਰ ਆਏ ਸਨ ਤੇ ਹੁਣ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਵਿੱਚ ਇਹਨਾਂ ਦੇ ਅਸਮਾਨੀ ਰੇਟ ਹੋ ਸਕਦੇ ਨੇ। ਕਿਉਂ ਹੈ ਇੰਨੀ ਹਾਈਕ, ਦਿਖਾਉਂਦੇ ਹਾਂ ਤੁਹਾਨੂੰ ਇਸ ਰਿਪੋਰਟ ਵਿੱਚ। ਬਹੁਤ ਸੀ ਕੰਪਨੀਆਂ 2022 ਵਿੱਚ ਵੱਡੀ ਮਾਤਰਾ 'ਚ ਕਰਜ਼ੇ ਦਾ ਭੁਗਤਾਨ ਕਰਨ ਦੇ ਯੋਗ ਸਨ, ਇਸ ਲਈ ਅਗਲੇ ਸਾਲ ਹੋਰ ਨਕਦ ਪ੍ਰਵਾਹ ਉਪਲਬਧ ਹੋਵੇਗਾ ਜਦੋਂ ਕਿ ਵਸਤੂਆਂ ਦੀਆਂ ਕੀਮਤਾਂ ਪ੍ਰਤੀ ਬੈਰਲ ਮਾਰਕ ਦੇ ਲਗਭਗ $75 ਦੇ ਆਸ-ਪਾਸ ਰਹਿਣਗੀਆਂ। ਸੀਨੀਅਰ ਖੋਜ ਵਿਸ਼ਲੇਸ਼ਕ ਨੇ ਕਿਹਾ ਹੈ ਕਿ ਕੈਨੇਡੀਅਨ ਤੇਲ ਅਤੇ ਗੈਸ ਕੰਪਨੀਆਂ ਦੁਆਰਾ ਹੁਣ ਤੱਕ 2023 ਦੇ ਪੂੰਜੀ ਬਜਟ ਦਾ ਖੁਲਾਸਾ ਕੀਤਾ ਗਿਆ, ਜੋ ਕਿ ਸੰਭਾਵਿਤ ਪੂੰਜੀ ਖਰਚ ਵਿੱਚ ਮਹੱਤਵਪੂਰਨ ਵਾਧਾ ਰਖਵਾਉਂਦਾ ਹੈ। ਇਕੱਲੇ ਅਲਬਰਟਾ ਵਿੱਚ 2022 ਦੇ ਪਹਿਲੇ 10 ਮਹੀਨਿਆਂ ਵਿੱਚ ਕੱਚੇ ਤੇਲ ਦਾ ਉਤਪਾਦਨ ਔਸਤਨ 3.7 ਮਿਲੀਅਨ ਬੈਰਲ ਪ੍ਰਤੀ ਰਿਹਾ। ATB ਫਾਈਨੈਂਸ਼ੀਅਲ ਦੇ ਅਨੁਸਾਰ ਇਹ ਇੱਕ ਗਲੋਬਲ ਮੰਗ ਵਧਣ ਵਾਲੀ ਸਰਵਕਾਲੀ ਰਿਕਾਰਡ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਪਹਿਲਾਂ ਹੀ ਜਾਰੀ ਕੀਤੇ ਪੂੰਜੀ ਬਜਟ ਤੇ ਤੇਲ ਅਤੇ ਗੈਸ ਕੰਪਨੀਆਂ ਦੇ ਉਤਪਾਦਨ ਮਾਰਗਦਰਸ਼ਨ ਦੇ ਆਧਾਰ ਉੱਤੇ 2023 ਵਿੱਚ ਹੋਰ ਵੀ ਵੱਧ ਸਕਦੇ ਹਨ। ਕੈਨੇਡੀਅਨ ਆਇਲ ਪੈਚ ਸੰਭਾਵਿਤ ਤੌਰ ਉੱਤੇ 2022 ਦੇ ਉਤਪਾਦਨ ਰਿਕਾਰਡ ਨੂੰ ਪਾਰ ਕਰ ਸਕਦਾ ਹੈ। ਤੇਲ ਅਤੇ ਗੈਸ ਕੰਪਨੀਆਂ ਵੱਲੋਂ 2023 ਵਿੱਚ ਰੇਟ ਵਧਾਉਣ ਦੀ ਉਮੀਦ ਕੀਤੀ ਜਾ ਰਹੀ ਹੈ, ਪਰ ਵਿਸ਼ਲੇਸ਼ਕ ਕਹਿੰਦੇ ਹਨ ਕਿ ਇਹ ਮਾਮੂਲੀ ਵਿਕਾਸ ਦਾ ਇੱਕ ਹੋਰ ਸਾਲ ਹੋਵੇਗਾ ਅਤੇ ਬੂਮ ਦੇ ਸਮੇਂ ਵਿੱਚ ਵਾਪਸੀ ਨਹੀਂ ਹੋਵੇਗੀ। ਕੈਨੇਡਾ ਦੇ ਊਰਜਾ ਉਦਯੋਗ ਲਈ 2022 ਉਹ ਸਾਲ ਸੀ ਜਿਹਦੇ ਵਿੱਚ ਅੰਤ ਵਿੱਚ ਕਮਜ਼ੋਰ ਵਸਤੂਆਂ ਦੀਆਂ ਕੀਮਤਾਂ ਦੇ ਇੱਕ ਦਹਾਕੇ ਨੂੰ ਤੋੜ ਦਿੱਤਾ ਅਤੇ ਸੈਕਟਰ ਵਿੱਚ ਖੁਸ਼ਹਾਲੀ ਵਾਪਸ ਲਿਆਂਦੀ। ਵਿਸ਼ਵਵਿਆਪੀ ਮਹਾਮਾਰੀ, ਪਾਬੰਦੀਆਂ ਨੂੰ ਹਟਾਉਣ, ਯੂਕਰੇਨ ਵਿੱਚ ਯੁੱਧ ਅਤੇ ਤੇਲ ਤੇ ਗੈਸ ਵਿੱਚ ਸਾਲਾਂ ਦੇ ਘੱਟ ਨਿਵੇਸ਼ ਦੇ ਸੰਚਿਤ ਪ੍ਰਭਾਵ ਦੇ ਨਾਲ ਊਰਜਾ ਦੀਆਂ ਕੀਮਤਾਂ ਨੇ 2022 ਵਿੱਚ ਰਿਕਾਰਡ ਉੱਚ ਪੱਧਰਾਂ ਨੂੰ ਛੂਹਿਆ ਅਤੇ ਕੈਨੇਡੀਅਨ ਕੰਪਨੀਆਂ ਵੱਲੋਂ ਰਿਕਾਰਡ ਮੁਨਾਫਾ ਕਮਾਇਆ ਗਿਆ। ਪਰ ਕਿਹਾ ਜਾ ਰਿਹਾ ਹੈ ਕਿ ਇਹਨਾਂ ਵਿੱਚੋਂ ਜ਼ਿਆਦਾਤਰ ਮੁਨਾਫੇ ਕਰਜ਼ੇ ਦਾ ਭੁਗਤਾਨ ਕਰਨ ਅਤੇ ਸ਼ੇਅਰ ਧਾਰਕਾਂ ਨੂੰ ਇਨਾਮ ਦੇਣ ਵਿੱਚ ਗਏ ਨੇ, ਨਾ ਕਿ ਵੱਡੇ ਨਿਰਮਾਣ ਜਾਂ ਬੁਨਿਆਦੀ ਢਾਂਚੇ ਵਿੱਚ। 2023 ਤੋਂ ਹੁਣ ਫਾਰਮਾਸਿਸਟ ਲਈ ਕੁਝ ਨਵੇਂ ਨਿਯਮਾਂ ਦੀ ਸ਼ੁਰੂਆਤ ਹੋ ਚੁੱਕੀ ਹੈ। ਓਨਟਾਰੀਓ ਵਿੱਚ ਡਾਕਟਰਜ਼ ਹੁਣ ਆਮ ਬਿਮਾਰੀਆਂ ਲਈ ਵੀ ਦਵਾਈਆਂ ਪ੍ਰਿਸਕ੍ਰਾਈਬ ਕਰ ਸਕਣਗੇ। ਆਮ ਲੋਕਾਂ ਲਈ ਇਹ ਇੱਕ ਸੁਵਿਧਾਜਨਕ ਸੌਦਾ ਹੈ। ਨਵੇਂ ਨਿਯਮਾਂ ਦੇ ਅਨੁਸਾਰ ਜਨਵਰੀ 1, 2023 ਤੋਂ ਫਾਰਮਾਸਿਸਟ ਆਮ ਬਿਮਾਰੀਆਂ ਲਈ ਦਵਾਈਆਂ ਪ੍ਰਿਸਕ੍ਰਾਈਬ ਕਰ ਸਕਣਗੇ। ਓਨਟਾਰੀਓ ਦੀ ਸਿਹਤ ਮੰਤਰੀ ਸਿਲਵੀਆ ਜੋਨਸ ਨੇ ਕਿਹਾ ਕਿ ਇਹ ਤਬਦੀਲੀ ਓਨਟਾਰੀਓ ਵਾਸੀਆਂ ਨੂੰ ਘਰ ਦੇ ਨੇੜੇ ਦੇਖਭਾਲ ਪ੍ਰਾਪਤ ਕਰਨ ਦੀ ਆਗਿਆ ਦੇਵੇਗੀ ਅਤੇ ਦੇਖਭਾਲ ਪ੍ਰਦਾਨ ਕਰਨ ਲਈ ਫਾਰਮਾਸਿਸਟਾਂ ਦੀ ਯੋਗਤਾ ਦਾ ਵਿਸਤਾਰ ਕਰਨਾ ਇੱਕ ਹੋਰ ਤਰੀਕਾ ਹੈ ਜਿਸ ਨਾਲ ਲੋਕਾਂ ਨੂੰ ਆਪਣੀ ਸਿਹਤ ਸੰਭਾਲ ਪ੍ਰਣਾਲੀ ਦੇ ਕੇਂਦਰ ਵਿੱਚ ਰੱਖਿਆ ਜਾ ਸਕਦਾ ਹੈ, ਜਿਸ ਨਾਲ ਉਹਨਾਂ ਨੇ ਭਾਈਚਾਰੇ ਵਿੱਚ ਸਿਹਤ ਦੇਖਰੇਖ ਤੱਕ ਪਹੁੰਚ ਨੂੰ ਆਸਾਨ, ਤੇਜ਼ ਅਤੇ ਵਧੇਰੇ ਸੁਵਿਧਾਜਨਕ ਬਣਾਇਆ ਜਾਏਗਾ। ਨਵੇਂ ਨਿਯਮਾਂ ਦੇ ਅਨੁਸਾਰ ਫਾਰਮਾਸਿਸਟ ਕਈ ਬਿਮਾਰੀਆਂ ਲਈ ਦਵਾਈਆਂ ਲਿਖ ਸਕਣਗੇ, ਜਿਹਦੇ ਵਿੱਚ ਹਾਈ ਫੀਵਰ, ਓਰਲ ਥ੍ਰਸ਼, ਪਿੰਕ ਆਈ, ਕੰਜਕਟਿਵਾਈਟਿਸ, ਬੈਕਟੀਰੀਅਲ, ਐਲਰਜਿਕ ਅਤੇ ਵਾਇਰਲ, ਡਰਮੇਟਾਈਟਿਸ, ਮੈਂਸਟਰੁਅਲ ਕ੍ਰੈਂਪਸ, ਐਸਿਡ ਰਿਫਲਕਸ, ਹੈਮੋਰੋਇਡਸ, ਕੋਲਡ ਸੋਰਸ, ਇਨਸੈਕਟ ਬਾਈਟਸ, ਸਪ੍ਰੇਨਸ ਅਤੇ ਸਟ੍ਰੇਨਸ ਤੇ ਯੂਰਿਨਰੀ ਟ੍ਰੈਕਟ ਇਨਫੈਕਸ਼ਨਸ ਲਈ ਦਵਾਈਆਂ ਲਿਖ ਕਰ ਦੇ ਸਕਣਗੇ। ਉੱਥੇ ਸਰੀ ਵਿੱਚ ਆਰਸੀਐਮਪੀ ਵੱਲੋਂ 2 ਪੰਜਾਬੀਆਂ ਦੀ ਭਾਲ ਹਲੇ ਵੀ ਲਗਾਤਾਰ ਜਾਰੀ ਹੈ। 24 ਸਾਲ ਦੇ ਕਰਨਵੀਰ ਅਤੇ 22 ਸਾਲ ਦਾ ਹਰਕੀਰਤ ਸਰੀ ਦੇ ਰਹਿਣ ਵਾਲੇ 2 ਅਪਰਾਧੀ ਨੇ। ਕਿਹਾ ਜਾ ਰਿਹਾ ਹੈ ਕਿ ਗੈਂਗ ਵਾਰਸ, ਨਸ਼ੀਲੇ ਪਦਾਰਥਾਂ ਦਾ ਵਪਾਰ ਅਤੇ ਗੋਲੀਬਾਰੀ ਵਰਗੀਆਂ ਹਿੰਸਕ ਕਾਰਵਾਈਆਂ ਨਾਲ ਜੁੜੇ ਹੋਣ ਕਾਰਨ ਇਹਨਾਂ ਦੋਹਾਂ ਨੇ ਆਪਣੇ ਆਪ ਨੂੰ ਅਤੇ ਆਪਣੇ ਪਰਿਵਾਰਾਂ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਆਰਸੀਐਮਪੀ ਵੱਲੋਂ ਸਾਰਿਆਂ ਲਈ ਇੱਕ ਚੇਤਾਵਨੀ ਹੈ ਕਿ ਇਹਨਾਂ ਤੋਂ ਦੂਰ ਰਹਿਣ ਅਤੇ ਜਿਹਦੇ ਕੋਲ ਵੀ ਇਹਨਾਂ ਬਾਰੇ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਹੈ ਤੇ 911 ਤੇ ਤੁਰੰਤ ਦੱਸਿਆ ਜਾਵੇ। ਸਰੀ ਵਿੱਚ 2 ਅਪਰਾਧੀਆਂ ਦੀ ਭਾਲ ਪੁਲਿਸ ਵੱਲੋਂ ਲਗਾਤਾਰ ਜਾਰੀ ਹੈ ਅਤੇ ਸਰੀ ਦੀ ਆਰਸੀਐਮਪੀ ਵੱਲੋਂ ਸਾਰਿਆਂ ਨੂੰ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ 24 ਸਾਲ ਦੇ ਕਰਨਵੀਰ ਗਰਜਾ ਅਤੇ 22 ਸਾਲ ਦੇ ਹਰਕੀਰਤ ਨਾਲ ਦੂਰੀ ਬਣਾ ਕੇ ਰੱਖੀ ਜਾਵੇ। ਲਗਾਤਾਰ ਇਹ ਦੱਸਿਆ ਜਾ ਰਿਹਾ ਹੈ ਕਿ ਜੇਕਰ ਕਿਸੇ ਦਾ ਵੀ ਕੋਈ ਸੰਬੰਧ ਇਹਨਾਂ ਦੋਹਾਂ ਨਾਲ ਹੈ ਤੇ ਤੁਰੰਤ ਹੀ 911 ਉੱਤੇ ਕਾਲ ਕਰਕੇ ਦੱਸਿਆ ਜਾਵੇ। ਸਰੀ ਆਰਸੀਐਮਪੀ ਦੇ ਮੇਜਰ ਦਾ ਕਹਿਣਾ ਹੈ ਕਿ ਪਛਾਣੇ ਗਏ ਵਿਅਕਤੀਆਂ ਨੂੰ ਪੁਲਿਸ ਦੁਆਰਾ ਉਹਨਾਂ ਦੀ ਸੁਰੱਖਿਆ ਲਈ ਖਤਰਿਆਂ ਬਾਰੇ ਸੂਚਿਤ ਕੀਤਾ ਗਿਆ ਹੈ, ਪਰ ਇਹ ਧਮਕੀ ਸਿਰਫ ਉਹਨਾਂ ਨੂੰ ਖਤਰੇ ਵਿੱਚ ਹੀ ਨਹੀਂ ਪਾਉਂਦੀ ਹੈ, ਇਹ ਉਹਨਾਂ ਦੇ ਨਾਲ ਸੰਬੰਧ ਰੱਖਣ ਵਾਲੇ ਕਿਸੇ ਵੀ ਵਿਅਕਤੀ ਜਾਂ ਉਹਨਾਂ ਦੇ ਨੇੜੇ ਹੋਣ ਵਾਲੇ ਕਿਸੇ ਵੀ ਵਿਅਕਤੀ ਦਾ ਖਤਰਾ ਬਣ ਸਕਦੀ ਹੈ। ਇਹਨਾਂ ਵਿਅਕਤੀਆਂ ਦੁਆਰਾ ਅਪਰਾਧਿਕ ਗਤੀਵਿਧੀ ਅਤੇ ਉੱਚ ਪੱਧਰੀ ਹਿੰਸਾ ਨਾਲ ਉਹਨਾਂ ਦੇ ਸੰਬੰਧਾਂ ਦੁਆਰਾ ਜਨਤਾ ਲਈ ਇੱਕ ਮਹੱਤਵਪੂਰਨ ਖਤਰੇ ਦੇ ਕਾਰਨ ਪੁਲਿਸ ਦਾ ਮੰਨਣਾ ਹੈ ਕਿ ਕੋਈ ਵੀ ਵਿਅਕਤੀ ਜੋ ਇਹਨਾਂ ਨਾਲ ਜੁੜਿਆ ਹੋਇਆ ਹੈ ਜਾਂ ਉਹਨਾਂ ਦੇ ਨੇੜੇ ਹੈ ਆਪਣੇ ਆਪ ਨੂੰ ਜੋਖਿਮ ਵਿੱਚ ਪਾ ਸਕਦਾ ਹੈ। ਪੁਲਿਸ ਜਨਤਕ ਚੇਤਾਵਨੀਆਂ ਜਾਰੀ ਕਰ ਰਹੀ ਹੈ ਅਤੇ ਉਹਨਾਂ ਦੀ ਪਛਾਣ ਕਰ ਰਹੀ ਹੈ ਤਾਂ ਜੋ ਪਰਿਵਾਰ, ਦੋਸਤਾਂ, ਸਹਿਯੋਗੀਆਂ ਅਤੇ ਜਨਤਾ ਆਪਣੀ ਨਿੱਜੀ ਸੁਰੱਖਿਆ ਨੂੰ ਵਧਾਉਣ ਲਈ ਉਪਾਅ ਕਰਨ। ਪੁਲਿਸ ਸਰੀ ਦੇ ਰਹਿਣ ਵਾਲੇ 24 ਸਾਲ ਦੇ ਕਰਨਵੀਰ ਗਰਚਾ ਅਤੇ 22 ਸਾਲ ਦੇ ਹਰਕੀਰਤ ਜੱਟੀ ਨਾਲ ਗੱਲਬਾਤ ਦੇ ਖਿਲਾਫ ਚੇਤਾਵਨੀ ਦਿੱਤੀ ਗਈ ਹੈ। ਗੈਂਗ ਗਤੀਵਿਧੀ, ਨਸ਼ੀਲੇ ਪਦਾਰਥਾਂ ਦੇ ਵਪਾਰ ਅਤੇ ਗੋਲੀਬਾਰੀ ਵਰਗੀਆਂ ਹਿੰਸਕ ਕਾਰਵਾਈਆਂ ਨਾਲ ਜੁੜੇ ਹੋਣ ਕਾਰਨ ਇਹਨਾਂ ਵਿਅਕਤੀਆਂ ਨੇ ਆਪਣੇ ਆਪ ਨੂੰ
ਅਤੇ ਆਪਣੇ ਪਰਿਵਾਰਾਂ ਅਤੇ ਭਾਈਚਾਰੇ ਨੂੰ ਖਤਰੇ ਵਿੱਚ ਪਾ ਦਿੱਤਾ ਹੈ। ਕੰਬਾਈਨਡ ਫੋਰਸਿਸ ਸਪੈਸ਼ਲ ਯੂਨਿਟ ਦੇ ਸਰਜਨ ਲਿੰਡਸੇ ਹੌਕਟਨ ਦਾ ਕਹਿਣਾ ਹੈ ਕਿ ਆਪਣੀਆਂ ਜਾਨਾਂ ਅਤੇ ਆਪਣੇ ਆਲੇ-ਦੁਆਲੇ ਦੇ ਹੋਰ ਲੋਕਾਂ ਦੀ ਸੁਰੱਖਿਆ ਲਈ ਖਤਰੇ ਦੇ ਬਾਵਜੂਦ ਇਹਨਾਂ ਵਿਅਕਤੀਆਂ ਨੇ ਸਾਡੇ ਭਾਈਚਾਰਿਆਂ ਵਿੱਚ ਜਨਤਕ ਸੁਰੱਖਿਆ ਲਈ ਬਹੁਤ ਘੱਟ ਧਿਆਨ ਦਿੱਤਾ ਹੈ। ਸਾਰੀ ਆਰਸੀਐਮਪੀ ਸਮੇਤ ਸਾਰੇ ਪੁਲਿਸਿੰਗ ਭਾਈਵਾਲਾਂ ਦੇ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਇਹ ਸਪਸ਼ਟ ਸੰਦੇਸ਼ ਭੇਜ ਰਹੇ ਨੇ ਕਿ ਗੈਂਗ ਸੰਬੰਧਿਤ ਹਿੰਸਾ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਲੋਕਾਂ ਨੂੰ ਹਿੰਸਾ ਦੀਆਂ ਹਾਲੀਆ ਘਟਨਾਵਾਂ ਜਾਂ ਸ਼ੱਕੀ ਗਤੀਵਿਧੀ ਬਾਰੇ ਕਿਸੇ ਵੀ ਜਾਣਕਾਰੀ ਦੀ ਸੂਚਨਾ ਲਈ 911 ਉੱਤੇ ਕਾਲ ਕਰਨ ਲਈ ਕਹਿ ਰਹੀ ਹੈ। ਉੱਥੇ ਟਰੱਕ ਅਤੇ ਬੱਸ ਡਰਾਈਵਰਾਂ ਨੂੰ ਆਪਣੇ ਵਾਹਨਾਂ ਵਿੱਚ ਇਲੈਕਟ੍ਰੋਨਿਕ ਲੌਗਿੰਗ ਡਿਵਾਈਸ ਲਾਣਾ ਪਏਗਾ। ਇਹ ਨਿਯਮ ਡਰਾਈਵਰਸ ਨੂੰ ਸੜਕਾਂ ਉੱਤੇ ਕਈ ਘੰਟੇ ਲਾਉਣ ਤੋਂ ਬਚਾਏਗੀ। ਪਬਲਿਕ ਵਰਕਰ ਮੰਤਰੀ ਦਾ ਕਹਿਣਾ ਹੈ ਕਿ ਇਹ ਨਿਯਮ ਲਾਗੂ ਕਰਨ ਨਾਲ ਟਰੱਕਿੰਗ ਅਤੇ ਹੋਰ ਸੈਕਟਰਸ ਵਿੱਚ ਡਰਾਈਵਰਸ ਦੀ ਥਕਾਵਟ ਨਾਲ ਸੰਬੰਧਿਤ ਘਟਨਾਵਾਂ ਤੋਂ ਬਚਾਅ ਹੋ ਸਕਦਾ ਹੈ। ਅਟਲਾਂਟਿਕ ਕੈਨੇਡਾ ਵਿੱਚ ਟਰੱਕ ਡਰਾਈਵਰਾਂ ਨੂੰ ਲੱਭਣਾ ਬਹੁਤ ਸਾਰੀਆਂ ਕੰਪਨੀਆਂ ਲਈ ਇਹ ਸੰਕਟ ਦਾ ਬਿੰਦੂ ਬਣਦਾ ਜਾ ਰਿਹਾ ਹੈ। ਪੂਰੇ ਕੈਨੇਡਾ ਵਿੱਚ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਉਦਯੋਗ ਨੂੰ ਲਗਭਗ 28,000 ਨਵੇਂ ਡਰਾਈਵਰਾਂ ਦੀ ਲੋੜ ਹੈ, ਜਿਸ ਵਿੱਚ ਉਹ ਸਰਕਾਰੀ ਮਦਦ ਚਾਹੁੰਦੇ ਹਨ। ਓਟਾਵਾ ਨੂੰ ਦੇਸ਼ ਭਰ ਵਿੱਚ ਸੰਘੀ ਤੌਰ ਉੱਤੇ ਨਿਯੰਤਰਿਤ ਵਪਾਰਕ ਟਰੱਕਾਂ ਅਤੇ ਬੱਸਾਂ ਨੂੰ 1 ਜਨਵਰੀ ਤੱਕ ਡਰਾਈਵਿੰਗ ਦੇ ਸਮੇਂ ਨੂੰ ਟਰੈਕ ਕਰਨ ਲਈ ਡਿਵਾਈਸਿਸ ਦੀ ਲੋੜ ਹੈ। ਇਹ ਨਿਯਮ ਡਰਾਈਵਰਾਂ ਨੂੰ ਸੜਕ ਉੱਤੇ ਕਈ ਘੰਟੇ ਲੱਗਣ ਤੋਂ ਬਚਾਉਣ ਲਈ ਲਗਾਇਆ ਜਾ ਰਿਹਾ ਹੈ। ਨੋਵਾ ਸਕੋਸ਼ੀਆ ਦੇ ਪਬਲਿਕ ਵਰਕਰਸ ਮੰਤਰੀ ਕਿਮ ਨੇ ਕਿਹਾ ਕਿ ਇਹ ਮਹੱਤਵਪੂਰਨ ਹੈ ਕਿ ਟਰੱਕਿੰਗ ਅਤੇ ਹੋਰ ਸੈਕਟਰਾਂ ਵਿੱਚ ਡਰਾਈਵਰ ਥਕਾਵਟ ਨਾਲ ਸੰਬੰਧਿਤ ਘਟਨਾਵਾਂ ਤੋਂ ਬਚਣ ਲਈ ਸਹੀ ਲੌਗਸ ਰੱਖਣ। ਓਟਾਵਾ ਨੇ 2019 ਵਿੱਚ ਆਪਣੇ ਨਿਯਮਾਂ ਵਿੱਚ ਸੋਧ ਕੀਤਾ ਸੀ ਤੇ ਹੁਣ ਸਮਾਂ ਸੀਮਾ ਨੂੰ 2022 ਦੇ ਅੰਤ ਤੱਕ ਵਧਾ ਦਿੱਤਾ ਗਿਆ। ਐਟਲਾਂਟਿਕ ਕੈਨੇਡਾ ਵਿੱਚ ਟਰੱਕਿੰਗ ਕੰਪਨੀਆਂ ਦਾ ਕਹਿਣਾ ਹੈ ਕਿ ਉਹ ਬੀਮਾ ਨਿਯਮਾਂ ਦੇ ਕਾਰਨ ਹੋਰ ਡਰਾਈਵਰਾਂ ਨੂੰ ਨਿਯੁਕਤ ਕਰਨ ਵਿੱਚ ਕਮੀ ਮਹਿਸੂਸ ਕਰ ਰਹੀਆਂ ਹਨ। ਮੌਜੂਦਾ ਪਾਬੰਦੀਆਂ ਕਿਸੇ ਵੀ ਨਵੇਂ ਟਰੱਕ ਡਰਾਈਵਰ ਨੂੰ ਸਕੂਲ ਦੇ ਬਾਹਰ ਛੋਟੀਆਂ ਕੰਪਨੀਆਂ ਵਿੱਚ ਸ਼ਾਮਲ ਹੋਣ ਦੀ ਮਨਾਹੀ ਕਰਦੀਆਂ ਹਨ। ਐਟਲਾਂਟਿਕ ਪ੍ਰੋਵਿੰਸ ਟਰੱਕਿੰਗ ਐਸੋਸੀਏਸ਼ਨ ਦੇ ਅਨੁਸਾਰ ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ ਜਿਨ੍ਹਾਂ ਕੰਪਨੀਆਂ ਨੂੰ 90% ਡਰਾਈਵਰਸ ਦੀ ਲੋੜ ਹੈ, ਉਹਨਾਂ ਲਈ ਲਗਭਗ 28,000 ਸੀਟਾਂ ਤੋਂ ਵੱਧ ਖਾਲੀ ਹਨ। ਉਹਦੇ CIBC ਪੋਲਸ ਦੇ ਅਨੁਸਾਰ 2023 ਵਿੱਚ ਕਰਜ਼ੇ ਦੀ ਅਦਾਇਗੀ ਹੋਵੇਗੀ ਨਵੇਂ ਸਾਲ ਦਾ ਮੁੱਖ ਟੀਚਾ। ਆਓ ਦੱਸਦੇ ਹਾਂ ਤੁਹਾਨੂੰ ਕਿਵੇਂ ਤੇ ਕੀ ਨੇ CIBC ਪੋਲ ਦੇ ਰਿਜ਼ਲਟਸ। CIBC ਪੋਲਸ ਦੇ ਅਨੁਸਾਰ 2023 ਦਾ ਸਵਾਗਤ ਕਰਨ ਵਾਲੇ ਕੈਨੇਡੀਅਨਸ ਲਈ ਕਰਜ਼ੇ ਦੀ ਅਦਾਇਗੀ ਕਰਨਾ ਨੰਬਰ 1 ਵਿੱਤੀ ਟੀਚਾ ਹੋਵੇਗਾ। CIBC ਰਿਪੋਰਟ ਦੇ ਪ੍ਰਮੁੱਖ ਵਿੱਤੀ ਚਿੰਤਾਵਾਂ ਨੇ ਮਹਿੰਗਾਈ, ਵੱਧ ਰਹੀਆਂ ਵਿਆਜ ਦਰਾਂ ਅਤੇ ਆਮ ਮੰਦੀ ਦੇ ਡਰ, ਜਿਨ੍ਹਾਂ ਨੂੰ 55% ਕੈਨੇਡੀਅਨਸ ਦੁਆਰਾ ਦਰਸਾਇਆ ਗਿਆ ਕਿ ਉਹਨਾਂ ਨੂੰ ਫਾਈਨੈਂਸ਼ੀਅਲ ਅਨਸਰਟਨਿਟੀ ਨੂੰ ਸਮਝਣ ਦੀ ਲੋੜ ਹੈ। ਪੋਲ ਇਹ ਵੀ ਦਰਸਾਉਂਦਾ ਹੈ ਕਿ 4 ਵਿੱਚੋਂ 1 ਵਿਅਕਤੀ ਕਹਿੰਦਾ ਹੈ ਕਿ ਉਹਨਾਂ ਦੇ ਪਿਛਲੇ ਸਾਲ ਵਧੇਰੇ ਕਰਜ਼ੇ ਵੀ ਰਹੇ ਨੇ। ਇੱਕ ਫਾਈਨੈਂਸ਼ੀਅਲ ਪ੍ਰੋਫੈਸ਼ਨਲ ਕੈਨੇਡੀਅਨਸ ਨੂੰ ਯੋਜਨਾ ਬਣਾਉਣ ਵਿੱਚ ਮਦਦ ਕਰ ਸਕਦਾ ਹੈ ਅਤੇ ਆਉਣ ਵਾਲੇ ਸਾਲ ਵਿੱਚ ਚੁਣੌਤੀਆਂ ਦਾ ਸਾਹਮਣਾ ਕਰਨ ਵੇਲੇ ਆਤਮ ਵਿਸ਼ਵਾਸ ਵੀ ਮਹਿਸੂਸ ਕਰਵਾ ਸਕਦਾ ਹੈ। ਇਹਨਾਂ ਚਿੰਤਾਵਾਂ ਦੇ ਬਾਵਜੂਦ ਜ਼ਿਆਦਾਤਰ ਭਾਗੀਦਾਰੀ ਅਜੇ ਵੀ ਵਿੰਟਰ ਸਟਾਰਮ ਲਈ ਵਿੱਤੀ ਤੌਰ ਤੇ ਤਿਆਰ ਮਹਿਸੂਸ ਕਰਦੇ ਹਨ ਅਤੇ 59% ਵਿਸ਼ਵਾਸ ਕਰਦੇ ਨੇ ਕਿ ਉਹਨਾਂ ਦੀ ਵਿੱਤੀ ਸਥਿਤੀ ਪੂਰੀ ਤਰ੍ਹਾਂ ਨਾਲ ਮੰਦੀ ਦਾ ਸਾਹਮਣਾ ਕਰ ਸਕਦੀ ਹੈ। ਪੋਲ ਨੇ ਇਹ ਵੀ ਪਛਾਣਿਆ ਹੈ ਕਿ 2023 ਵਿੱਚ ਅੱਗੇ ਵਧਣ ਵਾਲੀਆਂ ਹੋਰ ਪ੍ਰਮੁੱਖ ਤਰਜੀਹਾਂ ਵਿੱਚ ਬਿੱਲਾਂ ਨੂੰ ਜਾਰੀ ਰੱਖਣਾ ਅਤੇ ਨਿਵੇਸ਼ ਵਧਣਾ ਸ਼ਾਮਿਲ ਹੈ ਅਤੇ ਸੈਕੰਡਰੀ ਵਿੱਤੀ ਉਦੇਸ਼ਾਂ ਵਿੱਚ ਬਚਤ ਵਧਾਉਣਾ, ਕਰਜ਼ੇ ਤੋਂ ਬਚਣਾ 24% ਅਤੇ ਛੁੱਟੀਆਂ ਲਈ ਬਚਤ ਕਰਨਾ ਵੀ ਸ਼ਾਮਿਲ ਹੈ। ਪੋਲ ਦੇ ਅਨੁਸਾਰ ਰੋਜ਼ਾਨਾ ਦੇ ਖਰਚੇ ਅਤੇ ਮਹੀਨਾਵਾਰ ਆਮਦਨੀ ਨੂੰ 34% ਲਾਗ ਦਿੱਤੀ ਗਈ ਹੈ। ਉਧਾਰ ਲੈਣ ਦੀ ਵੱਧ ਲਾਗਤ ਨੂੰ 16%, ਕਰਾਂ ਦੀ ਮੁਰੰਮਤ ਨੂੰ 14% ਅਤੇ ਅਚਾਨਕ ਵਿੱਤੀ ਐਮਰਜੈਂਸੀ ਨੂੰ 16% ਦਿੱਤੀ ਗਈ ਹੈ। ਜੇ ਕੋਈ ਵੀ 2023 ਵਿੱਚ ਆਪਣੇ ਵਿੱਤੀ ਟੀਚਿਆਂ ਨੂੰ ਪੂਰਾ ਕਰਨ ਦੀ ਰਾਹ ਵਿੱਚ ਹੈ ਜਾਂ ਇਸ ਬਾਰੇ ਚਿੰਤਿਤ ਹੈ ਕਿ ਭਵਿੱਖ ਵਿੱਚ ਕੀ ਹੋ ਸਕਦਾ ਹੈ, ਉਹਨਾਂ ਨੂੰ ਫਾਈਨੈਂਸ਼ੀਅਲ ਐਕਸਪਰਟ ਦੀ ਅਗਵਾਈ ਲੈਣੀ ਕਾਫੀ ਜ਼ਰੂਰੀ ਹੈ। ਮੈਡੀਕਲ ਅਫਸਰਾਂ ਵੱਲੋਂ ਇੱਕ ਸਰਵੇ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਹੈ ਕਿ ਛੁੱਟੀਆਂ ਦਾ ਸਮਾਂ ਡਿਪਰੈਸ਼ਨ ਦਾ ਪ੍ਰਮੁੱਖ ਕਾਰਨ ਬਣਦਾ ਜਾ ਰਿਹਾ ਹੈ। ਮੈਡੀਕਲ ਡਾਇਰੈਕਟਰ ਦਾ ਕਹਿਣਾ ਹੈ ਕਿ ਛੁੱਟੀਆਂ ਇੱਕ ਅਜਿਹਾ ਸਮਾਂ ਹੁੰਦਾ ਹੈ ਜਦੋਂ ਲੋਕੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਨੇ।
ਉਹਨਾਂ ਨੇ ਇਹ ਵੀ ਕਿਹਾ ਹੈ ਕਿ ਇਦਾਂ ਦੀ ਸਿਚੁਏਸ਼ਨ ਵਿੱਚ ਮਦਦ ਮੰਗਣੀ ਬਹੁਤ ਜ਼ਰੂਰੀ ਹੈ। ਡਿਜੀਟਲ ਹੈਲਥ ਪਲੇਟਫਾਰਮ ਦੀ ਇੱਕ ਰਿਪੋਰਟ ਦੇ ਅਨੁਸਾਰ 4 ਵਿੱਚੋਂ 1 ਕੈਨੇਡੀਅਨ ਛੁੱਟੀਆਂ ਦੇ ਦੌਰਾਨ ਆਪਣੀ ਮਾਨਸਿਕ ਸਿਹਤ ਨਾਲ ਸੰਘਰਸ਼ ਕਰਦਾ ਹੈ। ਪਿਛਲੇ ਮਹੀਨੇ ਜਾਰੀ ਕੀਤੀ ਗਈ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ 4 ਵਿੱਚੋਂ 1 ਨਿਵਾਸੀ ਦਾ ਕਹਿਣਾ ਹੈ ਕਿ ਇਸ ਸਮੇਂ ਦੌਰਾਨ ਉਹਨਾਂ ਦੀ ਮਾਨਸਿਕ ਸਿਹਤ ਵਿੱਚ ਗਿਰਾਵਟ ਆਉਂਦੀ ਹੈ, ਕਿਉਂਕਿ ਇਸ ਵੇਲੇ ਕਈ ਚੀਜ਼ਾਂ ਤੇ ਕਈ ਵਿਚਾਰ ਦਿਮਾਗ ਨੂੰ ਅਫੈਕਟ ਕਰਦੇ ਨੇ। ਫੈਲਿਕਸ ਦੇ ਮੈਡੀਕਲ ਡਾਇਰੈਕਟਰ ਡਾਕਟਰ ਐਂਡਰਸਨ ਦਾ ਕਹਿਣਾ ਹੈ ਕਿ ਛੁੱਟੀਆਂ ਇੱਕ ਅਜਿਹਾ ਸਮਾਂ ਹੁੰਦਾ ਹੈ ਜਿੱਥੇ ਸਭ ਕੁਝ ਉਲਟ-ਪੁਲਟ ਹੋ ਜਾਂਦਾ ਹੈ ਤੇ ਕੁਝ ਲੋਕ ਇਕੱਲਾ ਮਹਿਸੂਸ ਕਰਦੇ ਨੇ ਅਤੇ ਪੂਰੇ ਸਮੇਂ ਬੇਤੁਕੀ ਗੱਲਾਂ ਬਾਰੇ ਸੋਚਦੇ ਨੇ। ਉਹਨਾਂ ਨੇ ਇਹ ਕਿਹਾ ਕਿ ਡਿਪਰੈਸ਼ਨ ਅਤੇ ਚਿੰਤਾ ਸਭ ਤੋਂ ਵੱਧ ਮਾਨਸਿਕ ਸਿਹਤ ਸਮੱਸਿਆਵਾਂ ਹਨ ਜੋ 39% ਕੈਨੇਡੀਅਨਸ ਨੂੰ ਪ੍ਰਭਾਵਿਤ ਕਰਦੇ ਨੇ। ਇਸ ਤੋਂ ਇਲਾਵਾ ਲਗਭਗ 60% ਰਿਸਪੋਂਡੈਂਟਸ ਨੇ ਕਿਹਾ ਹੈ ਕਿ ਉਹ ਥੈਰੇਪੀ ਲਈ ਲਗਾਤਾਰ ਜਾਂਦੇ ਨੇ। ਉਹਨਾਂ ਨੇ ਸੇਵਾਵਾਂ ਤੱਕ ਪਹੁੰਚ ਕਰਨ ਦੀ ਜ਼ਰੂਰਤ ਨੂੰ ਪਛਾਣਿਆ ਹੈ, ਇਸ ਲਈ ਉਹਨਾਂ ਨੇ makoba.com ਬਣਾਇਆ ਹੈ। ਇਹ ਮਾਨਸਿਕ ਸਿਹਤ ਅਤੇ ਚੈਰਿਟੀ ਲਈ ਪੈਸਾ ਇਕੱਠਾ ਕਰਨ ਲਈ ਇੱਕ ਵੈਬਸਾਈਟ ਬਣਾਈ ਹੈ। ਇਹ ਪਲੇਟਫਾਰਮ ਆਪਣੇ ਉਪਭੋਗਤਾਵਾਂ ਲਈ ਮੁਫਤ ਮਾਨਸਿਕ ਸਿਹਤ ਦੇ ਸਰੋਤ ਵੀ ਪ੍ਰਦਾਨ ਕਰਦਾ ਹੈ। ਐਂਡਰਸਨ ਦਾ ਕਹਿਣਾ ਹੈ ਕਿ ਜਦੋਂ ਇਸ ਸੀਜ਼ਨ ਵਿੱਚ ਮਾਨਸਿਕ ਸਿਹਤ ਚੁਣੌਤੀਆਂ ਦਾ ਪ੍ਰਬੰਧ ਕਰਨ ਦੀ ਗੱਲ ਆਉਂਦੀ ਹੈ ਤਾਂ ਬੁਨਿਆਦੀ ਗੱਲਾਂ ਉੱਤੇ ਬਣੇ ਰਹਿਣਾ ਬਹੁਤ ਜ਼ਰੂਰੀ ਹੈ। ਉਹਨੇ ਆਪਣੇ ਕੁਝ ਪ੍ਰਮੁੱਖ ਸੁਝਾਅ ਵੀ ਦਿੱਤੇ ਨੇ, ਜੋ ਕਿ ਇਹ ਚੰਗੀ ਨੀਂਦ ਲੈ ਕੇ ਨਿਯਮਿਤ ਤੌਰ ਉੱਤੇ ਕਸਰਤ ਕਰਨਾ ਅਤੇ ਸਿਹਤਮੰਦ ਭੋਜਨ ਖਾ ਕੇ ਸਰੀਰਕ ਸਿਹਤ ਦਾ ਧਿਆਨ ਰੱਖਣਾ। ਦੂਜਾ, ਸੋਸ਼ਲ ਮੀਡੀਆ ਦੀ ਖਪਤ ਬਾਰੇ ਸੋਚਦੇ ਰਹਿਣਾ ਤੇ ਤੀਜਾ, ਕਿਸੇ ਦੋਸਤ ਜਾਂ ਪਰਿਵਾਰਕ ਮੈਂਬਰ ਤੱਕ ਪਹੁੰਚ ਕੇ ਮਦਦ ਮੰਗਣਾ। ਉਹਨਾਂ ਵੱਲੋਂ ਬੇਨਤੀ ਵੀ ਕੀਤੀ ਗਈ ਹੈ ਕਿ ਜੇਕਰ ਕੋਈ ਵੀ ਸੰਕਟ ਵਿੱਚ ਹੋਵੇ ਅਤੇ ਮਦਦ ਦੀ ਲੋੜ ਹੋਵੇ ਤਾਂ ਮਦਦ ਲਈ ਬੁਲਾਉਣਾ ਬਹੁਤ ਜ਼ਰੂਰੀ ਹੈ। ਕਿਸੇ ਐਮਰਜੈਂਸੀ ਦੀ ਸਥਿਤੀ ਵਿੱਚ ਤੁਰੰਤ ਮਦਦ ਲਈ 911 ਉੱਤੇ ਕਾਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ। ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਯਾਨੀ ਹਰਸਿਮਰਤ ਨੂੰ ਦਿਓ ਇਜਾਜ਼ਤ। ਬਨੇ ਰਹੋ ਟੀਵੀ ਪੰਜਾਬ ਦੇ ਨਾਲ ਤੇ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ। ਜਾਣ ਤੋਂ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ। ਰਿਸੈਸ਼ਨ ਨੂੰ ਲੈ ਕੇ ਟਰੂਡੋ ਦੀ ਵੱਡੀ ਚੇਤਾਵਨੀ, ਕਿਹਾ 2023 ਇੱਕ ਔਖਾ ਸਾਲ ਹੋ ਸਕਦਾ ਹੈ। 2023 ਹੋਵੇਗਾ ਇੱਕ ਮਹਿੰਗਾ ਸਾਲ। ਤੇਲ ਅਤੇ ਗੈਸ ਦੇ ਹੋਣਗੇ ਅਸਮਾਨੀ ਰੇਟ। RCMP ਵੱਲੋਂ 2 ਅਪਰਾਧੀਆਂ ਦੀ ਭਾਲ ਜਾਰੀ, ਜਨਤਕ ਚੇਤਾਵਨੀ ਕੀਤੀ ਲਾਗੂ। ਟਰੱਕ ਅਤੇ ਬੱਸ ਡਰਾਈਵਰਾਂ ਲਈ ਇੱਕ ਵੱਡੀ ਅਪਡੇਟ, ਵਾਹਨਾਂ ਵਿੱਚ ਹੋਣਾ ਚਾਹੀਦਾ ਹੈ ਇਲੈਕਟ੍ਰੋਨਿਕ ਲੌਗਿੰਗ ਯੰਤਰ। ਕੈਨੇਡਾ ਦੇ ਵਿੱਚ 2023 ਦੇ ਨਵੇਂ ਕਾਨੂੰਨ ਅਤੇ ਨਿਯਮ ਆਏ ਸਾਹਮਣੇ। ਆਉਣ ਵਾਲੇ ਸਾਲ ਵਿੱਚ ਦੇਖਣ ਨੂੰ ਮਿਲਣਗੇ ਕਈ ਵੱਖਰੇ ਬਦਲਾਅ।